ਹਾਲੇਲੂਇਆ। ਧੰਨਵਾਦ ਪਰਮੇਸ਼ਰ ਤੇਰਾ, ਧੰਨਵਾਦ ਹੋ ਪਰਮੇਸ਼ਰ ਤੇਰਾ, ਧੰਨਵਾਦ। ਸਵਰਗੀ ਪਿਤਾ ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ। ਜਿਹੜੀ ਸਵਰਗ 'ਚ ਮਰਜ਼ੀ ਪੂਰੀ ਹੁੰਦੀ ਉਹ ਧਰਤੀ ਉੱਤੇ ਵੀ ਹੋਵੇ। ਸਾਡੇ ਪਾਪਾਂ ਨੂੰ ਮਾफ़ ਕਰੋ, ਸਾਡੇ ਕਰਜ਼ਿਆਂ ਨੂੰ ਮਾफ़ ਕਰੋ। ਅਸੀਂ ਵੀ ਆਪਣੇ ਹਰ ਕਰਜ਼ਾਈ ਨੂੰ ਮਾफ़ ਕਰਦੇ ਹਾਂ। ਸਵਰਗੀ ਪਿਤਾ ਰੋਜ਼ ਦੀ ਰੋਟੀ ਸਾਨੂੰ ਅੱਜ ਦੇ, ਸਾਨੂੰ ਪਰਤਾਵੇ ਵਿੱਚ ਨਾ ਲਿਆਈ, ਸਗੋਂ ਹਰ ਬਲਾ ਤੋਂ ਬਚਾਈ। ਆਮੇਨ। ਹਾਲੇਲੂਇਆ। ਪਿਆਰੇ ਕਲੀਸਿਆ ਜੀ, ਪ੍ਰੇਮੀ ਜਨੋ, ਸਾਰਿਆਂ ਨੂੰ ਮੈਂ ਪ੍ਰੇਜ਼ ਦ ਲੋਰਡ ਔਰ ਸਾਰੇ ਜਿੰਨੇ ਪ੍ਰੇਮੀ ਜਨ ਸਰੋਤੇ ਪ੍ਰਭੂ ਦੇ ਪਿਆਰੇ ਇਹਨਾਂ ਬਚਨਾਂ ਨੂੰ ਸੁਣਨ ਵਾਲੇ ਸਭ ਨੂੰ ਜੀ ਆਇਆਂ ਪ੍ਰਭੂ ਵੱਲੋਂ ਕਰਦੀ ਹਾਂ। ਇਹ ਪ੍ਰਭੂ ਦੀ ਦੇਣ ਆ। ਨਿਰਮਤਾ ਸਹਿਤ ਬੇਨਤੀ ਕਰਦੀ ਹਾਂ ਕਿ ਇਹ ਪ੍ਰਭੂ ਦੀ ਦੇਣ ਆ। ਲੋਕ ਜਾਣੇ ਇਹ ਗੀਤ ਹੈ ਤੋ ਬ੍ਰਹਮ ਵਿਚਾਰ। ਇਹ ਪਰਮੇਸ਼ਰ ਨੇ ਅੱਜ ਤੋਂ 50 ਸਾਲ ਪੁਰਾਣੇ ਮੈਨੂੰ ਟਾਈਮ ਦੇ ਗਵਾਏ ਹੋਏ ਮੇਰੇ ਅੰਦਰੋਂ, ਮੇਰੇ ਮੂੰਹ ਤੋਂ ਤੇ ਅੱਜ ਤੱਕ ਰੱਖੇ ਹੋਏ, ਤੇ 15 ਸਾਲ ਇਹਨਾਂ ਦੀ ਰਿਕਾਰਡਿੰਗ ਕੀਤੀ ਨੂੰ ਵੀ ਪਈ ਆ। ਰਿਕਾਰਡਿੰਗ ਕੀਤੀ ਨੂੰ ਵੀ ਪਿਆ ਨੂੰ ਹੋ ਗਿਆ। ਅੱਜ ਪ੍ਰਭੂ ਨੇ ਇਹ ਪ੍ਰਸ਼ਾਦ ਰੂਪੀ ਵੰਡਿਆ ਆ, ਤੇ ਇਹਨੂੰ ਸੁਣ ਕੇ ਜੇ ਕਿਸੇ ਦਾ ਮਨ ਨਾ ਪਿਘਲੇ ਤੇ ਫਿਰ ਪ੍ਰਭੂ ਤੁਹਾਨੂੰ ਦੱਸਦਾ ਆ ਕਿ ਤੁਹਾਨੂੰ ਅੱਗੇ ਕੀ ਮਿਲਣ ਵਾਲਾ ਆ। ਪ੍ਰਭੂ ਆਪਣੇ ਬਚਨ ਵਿੱਚ ਦੱਸੂਗਾ ਕਿ ਤੁਹਾਨੂੰ ਕੀ ਮਿਲਣ ਵਾਲਾ ਆ। ਜੇ ਤੁਹਾਨੂੰ ਇਹ ਕੰਨਾਂ ਨਾਲ ਸੁਣ ਕੇ ਤੁਹਾਡੇ ਮਨ ਦੀ ਤਹਿ ਤੱਕ ਨਾ ਗਏ ਤਾਂ ਚੰਗੀ ਗੱਲ ਨਹੀਂ। ਜਿਹੜਾ ਸੁਣੇ ਉਹ ਪਰਮੇਸ਼ਰ ਮਿਹਰ ਕਰੇ, ਉਹਦੇ ਉੱਤੇ ਇੰਨਾ ਅਸਰ ਹੋਵੇ ਕਿ ਉਹਦਾ ਮਨ ਪਰਮੇਸ਼ਰ ਜੀ ਦਇਆ ਕਰਨੀ ਆ। ਜਿਹੜਾ ਵੀ ਬੱਚਾ ਇਸ ਗੀਤ ਨੂੰ ਸੁਣੇ, ਜਿਹੜੀ ਵੀ ਤੇਰੀ ਰੂਹ ਇਸ ਗੀਤ ਨੂੰ ਸੁਣੇ, ਮੇਰੇ ਪਿਤਾ ਬੇਨਤੀ ਕਰਦੇ ਆ, ਬੇਨਤੀ ਕਰਦੀ ਤੇਰੀ ਬੱਚੀ ਕਿ ਉਹਨਾਂ ਦੇ ਹਿਰਦੇ ਜਿਹੜੇ ਆ ਆਪਣੇ ਮਾਪਿਆਂ ਦੇ ਪਿਆਰ ਦੇ ਨਾਲ ਭਰ ਜਾਣ, ਅਕਲ ਮਤ ਬੁੱਧ ਦੇ ਨਾਲ ਭਰ ਜਾਣ, ਹਰ ਇੱਕ ਲਈ ਸਤਿਕਾਰ ਦੇ ਨਾਲ ਭਰ ਜਾਣ, ਹਰ ਇੱਕ ਦਾ ਬੁਰਾ ਸੋਚਣ ਤੋਂ ਹਟ ਜਾਣ, ਚੁਗਲੀ ਨਿੰਦਿਆ ਕਰਨੀਆਂ ਹਟ ਜਾਣ। ਹਾਲੇਲੂਇਆ। ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰੇਨ ਤੇ ਮੋਹ ਕਾਲੇ ਤੇ ਨੰਦਕਾ ਨਰਕੇ ਘੋਰ ਪਵੇਨ। ਤੇ ਪ੍ਰਭੂ ਜੀ ਇਹੋ ਹੀ ਗੱਲਾਂ ਸਾਨੂੰ ਦੱਸਦੇ ਆ ਨਾ, ਤੇ ਸਾਡੇ ਉੱਤੇ ਅਸਰ ਉਦੋਂ ਹੁੰਦਾ ਜਦੋਂ ਸਾਡੀ ਕਿਸਮਤ ਜਾਗਦੀ ਆ। ਜਦੋਂ ਸਾਡੀ ਨਹੀਂ ਤੇ ਅਸੀਂ ਭਲਿਆਂ ਨੂੰ ਬੁਰਾ ਬਹੁਤ ਛੇਤੀ ਕਹਿ ਦਿੰਦੇ ਹਾਂ, ਕਿਉਂਕਿ ਭਲੇ ਬੰਦੇ ਨੇ ਤੁਹਾਡੇ ਨਾਲ ਲੜਨ ਨਹੀਂ ਆਉਣਾ, ਭਲੇ ਬੰਦੇ ਨੇ ਤੁਹਾਨੂੰ ਕੁਛ ਨਹੀਂ ਕਹਿਣਾ। ਤੇ ਜੇ ਕਹੇ ਬੁਰੇ ਨੂੰ, ਜੇ ਬੁਰੇ ਨੂੰ ਬੁਰਾ ਕਹੇਗਾ ਤਾਂ ਤੇਰਾ ਵੈਰੀ ਬਣ ਜਾਊਗਾ। ਭਲੇ ਨੂੰ ਬੁਰਾ ਬਥੇਰਾ ਕਹਿ ਲੈਣਾ ਤੂੰ। ਜਿੰਨਾ ਤੈਨੂੰ ਬੰਦਾ ਜਿੰਨਾ ਵੀ ਸਾਡਾ ਇਹੋ ਹਾਲਤ ਆ ਦੁਨੀਆ ਦਾ ਕਿ ਅਸੀਂ ਜਿਹੜੇ ਵੱਡੇ ਲੋਕ ਆ ਨਾ, ਉਹ ਗਰੀਬ ਦੇ ਉੱਤੇ ਬੜੀ ਛੇਤੀ ਚਿੱਕੜ ਸੁੱਟਦੇ ਆ, ਝੱਟ ਗਰੀਬ ਦੀ ਗੱਲ ਨੂੰ ਉਡਾਉਂਦੇ ਆ, ਝੱਟ ਗਰੀਬ ਨੂੰ ਗਲਤ ਪੇਸ਼ ਕਰਦੇ ਆ। ਪਰ ਜੇ ਅਮੀਰ ਗਲਤ ਹੋਵੇ ਉਹਦੀ ਕੋਈ ਗੱਲ ਨਹੀਂ ਕਰਦਾ, ਉਹਦੀ ਕੋਈ ਗੱਲ ਨਹੀਂ ਕਰੂਗਾ। ਜੇ ਕੋਈ ਅਮੀਰ ਵੱਡੀ ਵੀ ਗਲਤੀ ਕਰ ਦੇਵੇ ਨਾ ਭੋਗੀ ਨਹੀਂ ਪਾਉਂਗੇ, ਕਿਉਂਕਿ ਤੁਸੀਂ ਉਹਨਾਂ ਨਾਲ ਦੋਸਤੀ ਰੱਖਣੀ ਹੈ। ਤੇ ਗਰੀਬ ਵਿਚਾਰੇ ਤੋਂ ਕੀ ਲੈਣਾ। ਉਹ ਲੋਕੋ ਦੁਨੀਆ ਦੇ ਪਿਆਰਿਓ, ਪ੍ਰੇਮੀ ਜਨੋ, ਜੋ ਮਿਲਣਾ ਉਹ ਗਰੀਬ ਹਿਰਦਿਆਂ ਤੋਂ ਮਿਲਣਾ। ਆਸ਼ੀਰਵਾਦ ਤੁਹਾਨੂੰ ਗਰੀਬ ਹਿਰਦਿਆਂ ਨੇ ਦੇਣੀ ਆ, ਗਰੀਬ ਬੰਦਿਆਂ ਨੇ ਦੇਣੀ ਆ। ਅਮੀਰਾਂ ਨੇ ਆਸ਼ੀਰਵਾਦ ਨਹੀਂ ਤੁਹਾਨੂੰ ਦੇਣੀ। ਅਮੀਰਾਂ ਵਿੱਚੋਂ ਤੇ ਕੋਈ ਕਰੋੜਾਂ ਵਿੱਚੋਂ ਇੱਕ ਹੋਊਗਾ ਜਨਕ ਵਰਗਾ, ਕਰੋੜਾਂ ਵਿੱਚੋਂ ਇੱਕ ਹੋਊਗਾ ਪ੍ਰਭੂ ਦੇ ਦਾਸ, ਜਿਹੜੇ ਗਿਣੇ ਜਾਣਗੇ ਉਂਗਲੀਆਂ ਤੇ, ਜਿਹੜੇ ਉਹ ਸਾਨੂੰ ਅਸੀਸਾਂ ਦੇਣਗੇ। ਅੱਜ ਜਿੱਦਾਂ ਪਰਮੇਸ਼ਰ ਦੇ ਪਿਆਰੇ ਅਸੀਸਾਂ ਸਾਨੂੰ ਦੇ ਰਹੇ ਆ, ਉਹ ਵਿਰਲੇ ਆ, ਬਹੁਤ ਜ਼ਿਆਦੇ ਨਹੀਂ, ਵਿਰਲੇ ਆ। ਉਹਨਾਂ ਦੇ ਭਾਗ ਬਹੁਤ ਪਰਮੇਸ਼ਰ ਨੇ ਚੰਗੇ ਲਿਖੇ ਆ, ਜਿਹੜੇ ਅੱਜ ਸਾਨੂੰ ਆਸ਼ੀਰਵਾਦਾਂ ਦਿੰਦੇ ਆ। ਧਰਤੀ ਤਦੇ ਖੜੀ, ਉਹਨਾਂ ਦੇ ਸਿਰ 'ਤੇ ਧਰਤੀ ਖੜੀ ਆ। ਤੇ ਇਸੇ ਕਰਕੇ ਇਹ ਜਿਹੜਾ ਗੀਤ ਆ, ਇਹ ਬਹੁਤ ਪੁਰਾਣਾ ਗੀਤ ਆ। ਇਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜਾ ਮਾਂ ਪਿਓ ਦਾ ਆਦਰ ਕਰਨਾ, ਮਾਂ ਪਿਓ ਦਾ ਆਦਰ ਕਰਨਾ ਤੇ ਸਾਧੂਆਂ ਸੰਤਾਂ ਦੀ, ਰੱਬ ਦੇ ਦਾਸਾਂ ਦੀ ਇੱਜ਼ਤ ਕਰਨੀ,
ਜੇ ਕੋਈ ਗਲਤੀ ਕਰਦਾ ਉਹ ਪਰਮੇਸ਼ਰ ਕਹਿੰਦਾ ਉਹ ਮੈਂ ਜਾਣਾ, ਉਹ ਜਾਣੇ, ਤੂੰ ਦੂਜਿਆਂ ਦੀਆਂ ਕੀ ਕਰਨ ਨੂੰ ਉਂਗਲਾਂ ਚੁੱਕਦਾ ਫਿਰਦਾ ਆ ਦੂਜਿਆਂ ਦੇ ਉੱਤੇ। ਤੂੰ ਆਪਣਾ ਘਰ ਦੇਖ, ਓਏ ਤੂੰ ਆਪਣਾ ਹਿਰਦਾ ਫੋਲ ਵੀ ਤੇਰੇ ਵਿੱਚ ਨਿਰਮਤਾ ਕਿੰਨੀ ਗਿਆ। ਤੂੰ ਇੱਥੇ ਤੱਕ ਆਪਣੇ ਆਪ ਨੂੰ ਫੋਲ ਵੀ ਤੇਰੇ ਅੰਦਰ ਜੈਲਸ ਤਾਂ ਨਹੀਂ, ਕਿਉਂਕਿ ਜੈਲਸ ਬੜੀ ਪਾਪਣ ਆ। ਇਹ ਵੱਡੇ ਵੱਡਿਆਂ ਨੂੰ ਨਹੀਂ ਛੱਡਦੀ, ਬਹੁਤ ਵੱਡੇ ਵੱਡਿਆਂ ਨੂੰ ਨਹੀਂ ਜਲ, ਜਿੱਥੇ ਦੇਖ ਲਓ ਜੈਲਸ ਦਾ ਮਾਦਾ ਝਲਕੂਗਾ। ਜਿਹਦੇ ਨਾਲ ਗੱਲ ਕਰਕੇ ਦੇਖ ਲਓ ਉੱਥੇ ਹੰਕਾਰ ਤੇ ਜੈਲਸ ਦਾ ਮਾਦਾ ਝਲਕੂਗਾ। ਜਿੱਥੇ ਇਹ ਦੋ ਚੀਜ਼ਾਂ ਪ੍ਰਬਲ ਆ ਨਾ, ਉੱਥੇ ਪਰਮੇਸ਼ਰ ਕਹਿੰਦਾ ਜਦੋਂ ਮੈਂ ਆਇਆ ਤੇ ਮੈਂ ਕਹੂੰਗਾ, ਉਹ ਤਾਂ ਕਹਿਣਗੇ ਪ੍ਰਭੂ ਜੀ ਅਸੀਂ ਏਡੇ ਏਡੇ ਕੰਮ ਕੀਤੇ, ਪਰ ਮੈਂ ਕਹੂੰਗਾ, ਕਹਿਣਗੇ ਪ੍ਰਭੂ ਜੀ ਤੇਰੇ ਨਾਮ 'ਚ ਕੀਤੇ, ਪਰ ਪਰਮੇਸ਼ਰ ਕਹੂਗਾ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਤੁਸੀਂ ਕੌਣ ਆ। ਕਿਉਂਕਿ ਤੁਹਾਡੇ ਅੰਦਰ ਈਰਖਾ ਸੀ, ਤੁਹਾਡੇ ਅੰਦਰ ਜੈਲਸ ਸੀ, ਤੁਹਾਡੇ ਅੰਦਰ ਆਪਣਾ ਵਡੱਤਣ ਦਾ ਮਾਣ ਸੀ। ਜੇ ਇਹ ਖਤਮ ਹੋ ਗਿਆ ਤੇ ਪ੍ਰਭੂ ਗਲਵਕੜੀ ਇੱਦਾਂ ਇੱਦਾਂ ਖੋਲ ਕੇ ਹੱਥ ਗਲਵਕੜੀ ਦੇ ਵਿੱਚ ਸਾਨੂੰ ਲਊਗਾ। ਜਿਹਦਾ ਵੀ ਤੇ ਅਸੀਂ ਕਿਸੇ ਨੂੰ ਨਹੀਂ ਦੇਖਣਾ। ਪਰਮੇਸ਼ਰ ਕਹਿੰਦਾ ਮੈਂ ਦੇਖੂੰਗਾ, ਤੂੰ ਆਪਣੇ ਆਪ ਨੂੰ ਦੇਖ। ਪਰਮੇਸ਼ਰ ਦਾ ਕੰਮ ਆ ਜਿਹਨੇ ਸਭ ਨੂੰ ਸਾਜਿਆ ਆ, ਤੇ ਅਸੀਂ ਤੇ ਹਰ ਇੱਕ ਨੂੰ ਅਸ਼ੀਰਵਾਦ ਦੇਣੀ ਆ ਤੇ ਭਲਾ ਮੰਗਣਾ ਆ। ਇਸ ਗੀਤ ਦੇ ਵਿੱਚ ਆਪਾਂ ਪਹਿਲਾਂ ਸੁਣੀਏ, ਫਿਰ ਬਾਅਦ ਵਿੱਚ ਇਸ ਗੀਤ ਦੇ ਉੱਤੇ ਛੋਟਾ ਜਿਹਾ ਪ੍ਰਚਾਰ ਪ੍ਰਭੂ ਦੇ ਬਚਨ ਦੁਆਰਾ ਕਰਾਂਗੇ ਕਿ ਪ੍ਰਭੂ ਜੀ ਮਾਤਾ ਪਿਤਾ ਦੀ ਸੇਵਾ ਦਾ ਵਾਸਤੇ ਸਾਨੂੰ ਕੀ ਕਹਿ ਰਹੇ ਆ। ਹਾਲੇਲੂਇਆ। ਆਵੋ ਇਹ ਪੁਰਾਣਾ ਗੀਤ ਅੱਜ ਤੋਂ ਬਹੁਤ ਸਾਲ ਪਹਿਲੇ ਦਾ, ਅੱਜ ਇਹਨੂੰ ਆਪਾਂ ਸਰਵਣ ਕਰਦੇ ਹਾਂ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਮਿਹਰ ਕਰੇ ਸਾਰਿਆਂ ਦੇ ਹਿਰਦੇ ਉੱਤੇ ਇਹ ਗੀਤ ਦਾ ਵਾਸਾ ਹੋਵੇ। ਇਹ ਬਚਨਾਂ ਪ੍ਰਭੂ ਦੇ ਬਚਨਾਂ ਦਾ ਵਾਸਾ ਹੋਵੇ, ਪ੍ਰਭੂ ਦੇ ਬਚਨਾਂ ਦਾ, ਇਹ ਪ੍ਰਭੂ ਦੇ ਬਚਨ ਜਿਹੜੇ ਆ ਨਾ ਉਹਨਾਂ ਦਾ ਵਾਸਾ ਹੋਵੇ। ਹਾਲੇਲੂਇਆ। ਧੰਨਵਾਦ, ਧੰਨਵਾਦ ਪਰਮੇਸ਼ਰ ਤੇਰਾ, ਧੰਨਵਾਦ, ਧੰਨਵਾਦ। ਹਾਲੇਲੂਇਆ। ਧੰਨਵਾਦ, 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 ਧੰਨਵਾਦ। ਹਾਲੇਲੂਇਆ। ਧੰਨਵਾਦ, ਧੰਨਵਾਦ। ਲੋੜ ਤੇਰਾ ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ ਪ੍ਰਭੂ ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ, ਤੇਰਾ ਧੰਨਵਾਦ। ਹਾਲੇਲੂਇਆ। ਧੰਨਵਾਦ ਤੇਰਾ, ਧੰਨਵਾਦ ਤੇਰਾ, ਧੰਨਵਾਦ। ਹਾਲੇਲੂਇਆ। ਧੰਨਵਾਦ। ਹਾਲੇਲੂਇਆ। ਧੰਨਵਾਦ, 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 ਧੰਨਵਾਦ। ਹਾਲੇਲੂਇਆ। ਹਾਲੇਲੂਇਆ। ਧੰਨਵਾਦ। ਧਿਆਨ ਨਾਲ ਸੁਣੋ, ਇਹਨੂੰ ਧਿਆਨ ਨਾਲ ਸੁਣੋ ਤੇ ਪ੍ਰਭੂ ਜੀ ਸਾਨੂੰ ਜਿਵੇਂ ਜੂਸ ਪੀਦਾ।
ਹਾਲੇਲੂਇਆ। ਧੰਨਵਾਦ ਪਰਮੇਸ਼ਰ ਤੇਰਾ, ਧੰਨਵਾਦ ਧੰਨਵਾਦ। ਕੰਨ ਲਾ ਕੇ ਸੁਣਿਓ, ਗੱਲਾਂ ਸੁਣਿਓ ਸੱਚੀਆਂ, ਤੇ ਰੱਬ ਨੂੰ ਭੁਲਾ ਕੇ ਸਭ ਰੋਣ ਸਕੀਆਂ, ਸਭ ਰੋਣ ਸਕੀਆਂ। ਸਭ ਦੁਨੀਆ ਰੱਬ ਨੂੰ ਭੁਲਾ ਕੇ, ਸਭ ਪ੍ਰਾਣੀ ਜਿੰਨੇ ਰੱਬ ਨੂੰ ਭੁਲਾਉਂਦੇ ਉਹ ਰੋਂਦੇ ਆ। ਜਿੰਨੇ ਰੱਬ ਨੂੰ ਭੁਲਾਉਣ ਵਾਲੇ ਉਹ ਸਭ ਰੋਂਦੇ ਆ। ਇਹ ਕੰਨਾਂ ਦੇ ਨਾਲ ਚੰਗੀ ਤਰ੍ਹਾਂ ਗੱਲ ਸਮਝ ਲਓ। ਤੇ ਰੱਬ ਨੂੰ ਰਿਝਾਉਣ ਦੇ ਲਈ ਸਭ ਤੋਂ ਵੱਡਾ ਪਰਮੇਸ਼ਰ ਨੇ ਹਥਿਆਰ ਦਿੱਤਾ, ਮਾਂ ਪਿਓ ਦੀ ਸੇਵਾ। ਨੰਬਰ 1 ਮਾਂ ਪਿਓ ਦੀ ਸੇਵਾ। ਜਦੋਂ ਮਾਂ ਪਿਓ ਦੀ ਸੇਵਾ ਕਰੇਗਾ ਤੇ ਫਿਰ ਪਰਮੇਸ਼ਰ ਤੇਰੇ ਉੱਤੇ ਆਪੇ ਰਿਝੂਗਾ। ਤੈਨੂੰ ਮਾਂ ਪਿਓ ਦੀਆਂ ਆਸ਼ੀਰਵਾਦਾਂ ਮਿਲਣਗੀਆਂ। ਤੇ ਜੇ ਤੂੰ ਪਰਮੇਸ਼ਰ ਤੋਂ ਦੂਰ ਹੋ ਗਿਆ ਤੇ ਫਿਰ ਤੇਰਾ ਕਸੂਰ ਆ, ਕਿਸੇ ਦਾ ਦੋਸ਼ ਨਹੀਂ ਆ, ਕਸੂਰ ਤੇਰਾ ਹੀ ਆ। ਕਿਸੇ ਨੇ ਕਿਹਾ ਆਪਣੇ ਪੇ ਨੂੰ, ਪੁੱਤ ਬੁੜੇ ਨੂੰ ਪਾਣੀ ਵਿੱਚ, ਸਮੁੰਦਰ ਵਿੱਚ ਰੋੜਨ ਲਈ ਗਿਆ, ਸਿੱਟਣ ਲਈ ਗਿਆ। ਤੇ ਪਿਤਾ ਨੇ ਕਿਹਾ, ਬੇਟਾ ਮੈਨੂੰ ਇੱਥੇ ਨਾ ਸਿੱਟੀ। ਇੱਕ ਕਹਾਵਤ ਆ, ਮੈਨੂੰ ਇੱਥੇ ਨਾ ਸਿੱਟੀ, ਮੈਨੂੰ ਥੋੜਾ ਜਿਹਾ ਅੱਗੇ ਸਿੱਟ, ਇੱਥੇ ਮੈਂ ਆਪਣਾ ਪਿਓ ਸਿੱਟਿਆ ਸੀ। ਪਰ ਉਸ ਬੱਚੇ ਨੂੰ ਸੋਝੀ ਆ ਗਈ। ਉਹ ਬੱਚਾ ਪੇ ਆਪਣੇ ਨੂੰ ਘਰ ਲਿਆਇਆ, ਉਹਨੂੰ ਨਵਾਇਆ ਧੋਇਆ, ਉਹਦਾ ਬਸਤਰ ਵਿਛਾਇਆ, ਉਹਦੇ ਚਿੱਟੇ ਕੱਪੜੇ ਪਵਾਏ, ਉਹਦੀ ਸੇਵਾ ਕਰਨੀ ਆਰੰਭ ਕਰ ਦਿੱਤੀ। ਜੇ ਕਿਸੇ ਦੇ ਕੰਨਾਂ ਦੇ ਵਿੱਚ ਹੁਣ ਜਿਹਨਾਂ ਦੇ ਆਵਾਜ਼ਾਂ ਪੈ ਜਾਣ ਤੇ ਆਪਣੇ ਮਾਂ ਪਿਓ ਦੀ ਸੇਵਾ ਆਰੰਭ ਕਰ ਦੇਣ, ਮਾਂ ਪਿਓ ਦੀ ਸੇਵਾ ਆਰੰਭ ਕਰ ਦੇਣ। ਨਹੀਂ ਤਾਂ ਜਿਹੜੀ ਇੱਕ ਦਿਨ ਕਿਲਾ ਸਮਝੇ ਬੱਚਾ, ਮਾਂ ਦੀ ਗੋਦ ਨੂੰ ਕਿਲਾ ਸਮਝਦਾ ਸੀ, ਕਿਲਾ ਦੌੜ ਕੇ ਮਾਂ ਦੀ ਗੋਦ ਨੂੰ ਆਉਂਦਾ ਸੀ। ਕੋਈ ਇਹਨੂੰ ਗਹਿਰੀ ਨਿਗਾਹ ਨਾਲ ਵੀ ਦੇਖੇ ਨਾ ਮਾੜਾ ਜਿਹਾ, ਤੇ ਮਾਂ ਦੀ ਗੋਦ ਨੂੰ, ਪੇ ਦੀ ਗੋਦ ਨੂੰ ਭੱਜਦਾ ਸੀ ਇਹ। ਇੱਕ ਦਿਨ ਕਿਲਾ ਸਮਝੇ ਬੱਚਾ ਮਾਂ ਦੀ ਗੋਦ ਨੂੰ, ਤੇ ਅੱਜ ਖੋ ਕੇ ਬੈਠਾ ਆਪਣੀ ਇਹ ਹੋਸ਼ ਨੂੰ। ਓਏ ਅੱਜ ਮਾਂ ਪਿਓ ਲਈ ਟਾਈਮ ਹੀ ਹੈ ਨਹੀਂ, ਅੱਜ ਮਾਂ ਪਿਓ ਲਈ ਸ਼ਾਪਿੰਗ ਕਰਨ ਲਈ ਟਾਈਮ ਹੈ ਨਹੀਂ, ਅੱਜ ਮਾਂ ਪਿਓ ਦੇ ਵਾਸਤੇ, ਮਾਂ ਪਿਓ ਦੇ ਗਲ ਬਿੱਲ ਚੜ ਗਏ, ਉਹ ਦੇਣ ਦਾ ਹੀ ਟਾਈਮ ਹੈ ਨਹੀਂ। ਮਾਂ ਪਿਓ ਤਰਸਦੇ ਆ ਕੱਪੜੇ ਚੰਗਾ ਪਾਉਣ ਨੂੰ, ਤੇ ਤੂੰ ਆਪ ਸੂਟ ਬੂਟ ਪਾ ਕੇ ਫਿਰਦਾ ਆ, ਦਾਨ ਪੁੰਨ ਕਰਦਾ ਫਿਰਦਾ ਆ, ਤੇ ਵੱਡਾ ਬਣਿਆ ਫਿਰਦਾ ਆ, ਪਰ ਮਾਂ ਪਿਓ ਵਾਸਤੇ ਟਾਈਮ ਹੈ ਨਹੀਂ। ਵਾਹ 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 ਓਏ ਰੱਬ ਦਿਆ ਬੰਦਿਆ, ਤੂੰ ਕਿੱਥੋਂ ਰੱਬ ਨੂੰ ਪਾ ਲਏਗਾ। ਜਿਸ ਤਰ੍ਹਾਂ ਕੱਲ੍ਹ ਦੇ ਗੀਤ ਵਿੱਚ ਕਿਹਾ ਸੀ, ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਗਿਆਨ ਪ੍ਰਾਣੀ। ਤੋ ਇੱਥੇ ਪਰਮੇਸ਼ਰ ਦੀ ਬਾਣੀ ਵੀ ਇਸੇ ਤਰ੍ਹਾਂ ਹੀ ਕਹਿੰਦੀ ਆ। ਦੇਖੋ ਕਿਸ ਤਰ੍ਹਾਂ ਪਰਮੇਸ਼ਰ ਦੀ, ਅੱਜ ਤੋਂ 50 ਸਾਲ ਪਹਿਲੋਂ ਗੱਲਾਂ ਇਹ ਪਰਮੇਸ਼ਰ ਨੇ ਮੇਰੇ ਕੋਲੋਂ ਬੁਲਵਾਈਆਂ। ਮੈਂ ਯਿਸੂ ਮਸੀਹ ਜੀ ਨੂੰ ਨਹੀਂ ਸੀ ਜਾਣਦੀ। ਮੈਨੂੰ ਜਦੋਂ ਯਿਸੂ ਪਿਤਾ ਨੇ ਦਰਸ਼ਨ ਦਿੱਤੇ ਤੇ ਮੈਂ ਕਿਹਾ ਮੈਂ ਤੇਰੇ ਦਰਸ਼ਨ ਨਹੀਂ ਕਰਨੇ। ਮੈਂ ਗੁਰੂ ਨਾਨਕ ਦੀ ਤੇ ਗੁਰੂ ਗੋਬਿੰਦ ਸਿੰਘ ਦੀ ਬੱਚੀ ਹਾਂ। ਤੇ ਅੱਜ ਦੇਖੋ ਮੈਨੂੰ ਪਰਮੇਸ਼ਰ ਨੇ ਇੱਦਾਂ ਉੱਥੋਂ ਦੀ ਨਿਗਾਹ ਕੇ, ਤੁਸੀਂ ਸੁਣ ਚੁੱਕੇ ਮੇਰੀ ਟੈਸਟਮਨੀ ਕਿ ਕਿੱਥੋਂ ਮੇਰਾ ਦਰਗਾਹ ਦਾ ਰਾਹ ਬੰਦ ਸੀ ਤੇ ਕਿੱਦਾਂ ਮੈਂ ਲੰਘ ਨਹੀਂ ਸਕੀ। ਤੇ ਪਰਮੇਸ਼ਰ ਨੇ ਮੈਨੂੰ ਨਗਾਇਆ। ਤੇ ਪਰਮੇਸ਼ਰ ਹੁਣ ਉਹ ਗੱਲਾਂ ਮੇਰੇ ਕੋਲੋਂ ਦੇਖੋ ਪਿਛਲੀਆਂ ਕੱਢ ਰਿਹਾ ਆ ਕਿ ਮੈਂ ਤਾਂ ਤੈਨੂੰ ਜਦ ਤੋਂ, ਕਿਉਂਕਿ ਪਰਮੇਸ਼ਰ ਨੇ ਤਾਂ ਮੈਨੂੰ ਬਣਾਇਆ ਸੀ, ਉਹ ਤਾਂ ਮੈਨੂੰ ਜਾਣਦਾ ਹੀ ਜਾਣਦਾ ਸੀ ਕਿ ਮੇਰੀ ਬੱਚੀ ਰੋਂਦੀ ਫਿਰਦੀ ਆ, ਲੱਭਦੀ ਤਾਂ ਮੈਨੂੰ ਹੀ ਆ। ਤੇ ਜਪੋ ਸਤਨਾਮ, ਸਤ ਵੀ ਉਹਦਾ ਨਾਮ ਆ ਤੇ ਵਾਹਿਗੁਰੂ ਵੀ ਉਹਦਾ ਹੀ ਨਾਮ ਹੈ। ਸਤ ਆ ਨਾਂ ਨਾਸ ਹੋਣ ਵਾਲਾ, ਸਦਾ ਰਹਿਣ ਵਾਲਾ, ਸਦੀਵ ਰਹਿਣ ਵਾਲਾ ਸਤ। ਤੇ ਵਾਹਿਗੁਰੂ ਦੇ, ਜਦ ਬਾਈਬਲ ਵਿੱਚ ਲਿਖਿਆ ਨਾ, ਵਾਹਿਗੁਰੂ ਦੇ ਸੱਜੇ ਹੱਥ, ਪਰਮੇਸ਼ਰ ਦੇ ਸੱਜੇ ਹੱਥ, ਵਾਹਿਗੁਰੂ ਦੇ ਸੱਜੇ ਹੱਥ ਜੀਸਸ ਨੂੰ ਬਿਠਾਲਿਆ ਗਿਆ ਤੇ ਕੁੰਜੀਆਂ ਹੱਥ ਵਿੱਚ ਦਿੱਤੀਆਂ ਗਈਆਂ। ਤੇ ਕਿਹਾ ਹੁਣ ਤਿੰਨਾਂ ਲੋਕਾਂ ਦੇ ਵਿੱਚ, ਧਰਤੀ ਤੇ, ਧਰਤੀ ਦੇ ਗੱਭੇ, ਧਰਤੀ ਦੇ ਥੱਲੇ, ਆਕਾਸ਼ਾਂ ਦੇ ਉੱਤੇ, ਜਿੱਥੇ ਕਿੱਥੇ ਵੀ ਇਹ ਪ੍ਰਭੂ ਯਿਸੂ ਮਸੀਹ ਦਾ ਹੁਕਮ ਚੱਲੂਗਾ। ਕਿਉਂਕਿ ਇਹ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਜਿਹੜਾ ਸਾਡੇ ਵਿੱਚ ਭਰਾਇਆ, ਉਹ ਪਵਿੱਤਰ ਆਤਮਾ। ਤੇ ਜਿਹੜਾ ਪਰਮੇਸ਼ਰ ਨੇ ਕਿਹਾ ਯਿਸੂ ਮਸੀਹ ਨੇ, ਮੈਂ ਪਿਤਾ ਵਿੱਚ, ਤੁਸੀਂ ਮੇਰੇ ਵਿੱਚ। ਤੇ ਦੇਖੋ ਹੁਣ ਤੁਸੀਂ ਗੱਲ ਸਮਝੋ ਕਿ ਪਰਮੇਸ਼ਰ ਯਿਸੂ ਮਸੀਹ ਦੀ ਬਾਣੀ ਸਾਨੂੰ ਕੀ ਕਹਿ ਰਹੀ ਹੈ, ਕੀ ਕਹਿ ਰਹੀ ਆ।
ਸਾਨੂੰ ਸਮਝ ਆ ਜਾਵੇ ਨਾ, ਸਾਨੂੰ ਜੇ ਸਾਡੇ ਦਿਲ ਇਹਨਾਂ ਗੱਲਾਂ ਨੂੰ ਸੁਣ ਕੇ ਛਿੱਦ ਜਾਣ। ਇਹ ਸਾਂਝੀਆਂ ਆ, ਆਪਣੇ ਆਪ ਨੂੰ ਇਹਨੇ ਇਕੱਠੇ ਨਾ ਕਰੋ। ਇਸੇ ਕਰਕੇ ਹੀ ਗੁਰੂਆਂ ਨੂੰ ਪਰਮੇਸ਼ਰ ਨੇ ਭੇਜਿਆ ਤੇ ਕਿੰਨੇ ਭਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਬਿਠਾ ਦਿੱਤਾ ਤੇ ਬਾਣੀ ਬੋਲੀ ਕਿ ਇਹ ਲੋਕ ਜਿਹੜੇ ਆ ਨਾ ਦੁਨੀਆ ਤੇ ਮੇਰੇ ਤੇਰੇ ਧਰਮਾਂ ਵਿੱਚ ਫਸ ਗਏ, ਇਹ ਨਿਕਲ ਜਾਣ, ਸਮਝ ਜਾਣ ਕਿ ਪਰਮੇਸ਼ਰ ਪਰਮਾਤਮਾ ਨਿਰੰਕਾਰ ਇੱਕ ਆ, ਉਹਦੇ ਵਿੱਚ ਦੁਹਾਈ ਦਿੱਤੀ ਆ ਇੱਕ ਆ। ਤੇ ਸਾਨੂੰ ਪਤਾ ਲੱਗ ਜਾਏ ਕਿ ਸਤਨਾਮ ਉਹਦਾ ਹੀ ਨਾਂ ਆ। ਨਫ਼ਰਤ ਨਾ ਕਰਿਓ, ਵਾਹਿਗੁਰੂ ਵੀ ਉਹਦਾ ਹੀ ਨਾਂ ਆ, ਸਭ ਨਾਮ ਉਹਦੇ ਆਏ ਹੈ। ਤੋ ਪਰਮੇਸ਼ਰ ਦਾ ਬਚਨ ਕਹਿੰਦਾ ਆ, ਹਾਲੇਲੂਇਆ, ਪਰਮੇਸ਼ਰ ਦੇ ਬਚਨ ਦੇ ਵਿੱਚ ਲਿਖਿਆ ਹੋਇਆ ਕਿ ਤੂੰ ਮਤੀ, ਦੇਖੋ ਕੱਲ ਵੀ ਤੁਹਾਨੂੰ ਸੁਣਾਇਆ ਸੀ, ਇੱਥੇ ਹੈਗਾ ਮਤੀ 15 ਚੈਪਟਰ ਤੇ 3 ਤੋਂ ਲਾ ਕੇ ਆਪਾਂ ਪੜਾਂਗੇ। ਆਪਾਂ ਸ਼ੁਰੂ ਤੋਂ ਹੀ ਕਰ ਲੈਨੇ ਆ, ਇਸ ਤੋਂ ਮਤੀ 3 ਤੋਂ ਆਪਾਂ 8 ਤੱਕ ਪੜਾਂਗੇ। ਧਿਆਨ ਨਾਲ ਸੁਣਨਾ, ਆਪਣੇ ਦਿਲ ਉੱਤੇ ਗੱਲ ਨੂੰ ਲੈ ਜਾਣਾ ਕਿ ਪਰਮੇਸ਼ਰ ਸਾਨੂੰ ਕੀ ਕਹਿਣਾ ਚਾਹੁੰਦੇ ਆ। ਸਾਰੀ ਹੂਬਹੂ ਇਸ ਗੀਤ ਦੇ ਵਿੱਚ ਪਰਮੇਸ਼ਰ ਨੇ 50 ਸਾਲ ਪਹਿਲੋਂ ਗੱਲ ਕਰਵਾਈ ਆ ਔਰ ਕੀਤੀ ਆ ਉਹਦੇ ਦੂਤਾਂ ਨੇ ਬਹਿ ਕੇ। ਹਾਲੇਲੂਇਆ। ਜਦੋਂ ਪਰਮੇਸ਼ਰ ਨੇ ਇੱਕ ਚੋਜ ਰਚਾਇਆ, ਜਾਣ ਬੁੱਝ ਕੇ ਚੇਲੇ ਨਾ ਉਹਨਾਂ ਦੇ ਹੱਥ ਧੋਤੇ ਤੋਂ ਬਗੈਰ ਰੋਟੀ ਖਾਣ ਲੱਗੇ। ਤੇ ਜਿਹੜੇ ਬੜੇ ਆਪਣੇ ਆਪ ਨੂੰ ਫੂੰ ਛੂੰ ਕਰਨ ਵਾਲੇ, ਸੂਟਾਂ ਬੂਟਾਂ ਵਾਲੇ ਆ ਕੇ ਕਹਿੰਦੇ ਪਰਮੇਸ਼ਰ ਨੂੰ ਬਈ ਪਰ ਕਿਹਾ ਤਦ ਫਰੀਸੀਏ ਜਿਹੜੇ ਸੀ ਅਰ ਗ੍ਰੰਥੀਆਂ ਨੇ ਯਰੂਸ਼ਲਮ ਤੋਂ ਯਸੂ ਦੇ ਕੋਲ ਆਣ ਕੇ ਕਿਹਾ, ਤੇਰੇ ਚੇਲੇ ਵੱਡਿਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਆ। ਦੇਖੋ ਕਿੱਡੀ ਵੱਡੀ ਇਹ ਛੋਟੀ ਮੱਤ ਦੇ ਲੋਕ ਭਾਵੇਂ ਕਿੱਡੇ ਵੱਡੇ ਹੋ ਜਾਣ, ਪਰ ਮੱਤ ਛੋਟੀ ਹੁੰਦੀ ਆ ਤੇ ਛੋਟੀ ਮੱਤ ਦੇ ਨਾਲ ਉਹਨੂੰ ਬਹੁਤ ਵੱਡੀ ਰੀਤ ਲੱਗੀ, ਹੱਥ ਧੋਣੇ ਜ਼ਰੂਰੀ, ਪਾਣੀ ਨਾ ਹੋਵੇ ਹੱਥ ਧੋਣ ਨੂੰ, ਤੇ ਫਿਰ ਭੁੱਖਾ ਹੋਵੇ ਤੇ ਰੋਟੀ ਖਾ ਸਕਦਾ। ਪਰ ਦੇਖੋ ਕਿਹੜੀ ਗੱਲ ਸੀ ਇਹ, ਤੇਰੇ ਚੇਲੇ ਵੱਡਿਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਹਨ ਕਿ ਸਿਰਫ ਹੱਥ ਨਹੀਂ ਧੋਤੇ, ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਤੇ। ਐਡੀ ਇਹ ਵੱਡਿਆਂ ਦੀ ਰੀਤ। ਪਰ ਉਸਨੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ, ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਕਿਉਂ ਆਪਣੀ ਰੀਤ ਨਾਲ ਪਰਮੇਸ਼ਰ ਦੇ ਹੁਕਮ ਨੂੰ ਉਲੰਘਣ ਕਰਦੇ ਹੋ। ਪਰਮੇਸ਼ਰ ਨੇ ਤਾਂ ਹੀ ਇਹ ਚੋਜ ਰਚਿਆ ਸੀ ਤਾਂ ਕਿ ਇਹ ਲੋਕ ਮੈਨੂੰ ਕੁਐਸਚਨ ਕਰਨ ਆਇਆ। ਉਹਨਾਂ ਨੂੰ ਜਾਣਦੇ ਸੀ, ਉਹ ਹਰ ਹਿਰਦੇ ਨੂੰ ਜਾਣਦੇ ਆ ਕਿ ਜਦੋਂ ਮੈਂ ਇਸ ਤਰ੍ਹਾਂ ਮੇਰੇ ਚੇਲੇ ਕਰੂਗੇ ਤੇ ਇਹ ਲੋਕ ਆਣ ਕੇ ਮੇਰੇ ਤੋਂ ਕੁਐਸਚਨ ਕਰੂਗੇ, ਫਿਰ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਸਵਾਰ ਕੇ ਆਨਸਰ ਦੇਵਾਂਗਾ। ਤੇ ਦੇਖੋ ਪ੍ਰਭੂ ਜੀ ਕੀ ਕਹਿੰਦੇ ਆ, ਕਹਿੰਦੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਉੱਤਰ ਦਿੱਤਾ, ਤੁਸੀਂ ਕਿਉਂ ਆਪਣੀ ਰੀਤ ਪਰਮੇਸ਼ਰ ਦੇ ਹੁਕਮ ਉਲੰਘਣ ਕਰਦੇ ਹੋ। ਕਿਉਂ? ਜੋ ਪਰਮੇਸ਼ਰ ਨੇ ਫਰਮਾਇਆ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ। ਪਰਮੇਸ਼ਰ ਨੇ ਫਰਮਾਇਆ ਆਪਣੇ ਪਿਤਾ ਔਰ ਆਪਣੀ ਮਾਤਾ ਦਾ ਆਦਰ ਕਰ, ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ, ਪਰਮੇਸ਼ਰ ਯਿਸੂ ਨੂੰ ਕਹਿੰਦੇ ਉਹ ਜਾਨੋਂ ਮਾਰਿਆ ਜਾਵੇ। ਪਰ ਤੁਸੀਂ ਆਖਦੇ ਹੋ ਭਈ ਜਿਹੜਾ ਪਿਤਾ ਜਾਂ ਮਾਤਾ ਨੂੰ ਕਹੇ ਕਿ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸਕਦਾ ਸੀ ਸੋ ਭੇਟ ਹੋ ਗਿਆ, ਉਹ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਨਾ ਕਰੇ। ਕਿੱਡੀ ਭੈੜੀ ਗੱਲ ਕਹੀ ਉਹਨਾਂ ਲੋਕਾਂ ਨੇ ਕਿ ਅਸੀਂ ਦਾਨ ਪੁੰਨ ਕਰ ਦਿੱਤਾ, ਭਾਵ ਕੋ ਤਾਂ ਦਾਨ ਹੋ ਗਿਆ। ਜਿਸ ਤਰ੍ਹਾਂ ਕੱਲ ਤੁਹਾਨੂੰ ਸੁਣਾਇਆ ਸੀ ਵੀ ਮਾਂ ਪਿਓ ਪਰ ਹਰ ਕਰੇ ਦਾਨ ਤੇ ਬੇਈਮਾਨ ਉਹ ਗਿਆਨ ਪ੍ਰਾਣੀ। ਆਹ ਦੇਖ ਲਓ ਪਰਮੇਸ਼ਰ ਵੀ ਇਹ ਚੀਜ਼ ਗੱਲ ਕਹਿ ਰਿਹਾ ਕਿ ਕਹਿੰਦੇ ਦਾਨ ਕਰ ਦਿੱਤਾ। ਇਹ ਲੋਕ ਜਿਹੜੇ ਕਹਿੰਦੇ ਅਸੀਂ ਉਹ ਦਾਨ ਕਰ ਦਿੱਤਾ, ਤੁਹਾਡੇ ਜੋਗਾ ਕੁਛ ਨਹੀਂ, ਬਾਹਰ ਵੱਡੇ ਬਣੇ ਆਏ ਆ, ਪਰ ਮਾਂ ਪਿਓ ਦੇ ਵਾਸਤੇ ਕਹਿੰਦੇ ਕੁਛ ਨਹੀਂਗਾ। ਤੁਸੀਂ ਬੇਸ਼ੱਕ ਸਿਰੋਂ ਨੰਗੀ ਮਾਂ ਫਿਰੇ, ਖਾਣ ਨੂੰ ਕੁਛ ਨਾ ਹੋਵੇ, ਪੇ ਦੇ ਪੈਰਾਂ 'ਚ ਜੁੱਤੀ ਨਾ ਹੋਵੇ, ਪਰ ਇਹ ਦਾਨੀ ਬਣਿਆ ਫਿਰਦਾ ਆ। ਪਰ ਕਹਿੰਦੇ ਪਿਤਾ ਜਾਂ ਮਾਤਾ ਨੂੰ ਕਹੋ ਕਿ ਸਾਡੇ ਕੋਲ ਮੇਰੇ ਕੋਲੋਂ ਤੈਨੂੰ ਲਾਭ ਜੋ ਹੋ ਸਕਦਾ ਸੀ ਸੋ ਭੇਟ ਹੋ ਗਿਆ, ਹੁਣ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਨਾ ਕਰੇ। ਦੇਖੋ ਇਉਂ ਤੁਸੀਂ ਆਪਣੀ ਰੀਤ ਨਾਲ ਪਰਮੇਸ਼ਰ ਦੇ ਬਚਨ ਨੂੰ ਅਕਰਥ ਕਰ ਦਿੱਤਾ। ਪਰਮੇਸ਼ਰ ਦੇ ਬਚਨ ਨੂੰ ਤੁਸੀਂ ਅਕਰਥ ਕਰ ਦਿੱਤਾ ਜਿਹੜਾ ਏਡਾ ਵੱਡਾ ਸੀ, ਤੇ ਇੱਕ ਹੱਥ ਧੋਣ ਤੇ ਤੁਹਾਡੀ ਰੀਤ ਵੱਡੀ ਜ਼ਬਰਦਸਤ ਹੋ ਗਈ। ਹੇ ਕਪਟਿਓ
ਸੁਣੋ, ਜਿਹੜੇ ਆਪਣੇ ਮਾਤਾ ਪਿਤਾ ਦਾ ਆਦਰ ਨਹੀਂ ਕਰਦੇ, ਇੱਜ਼ਤ ਨਹੀਂ ਕਰਦੇ, ਮਾਣ ਨਹੀਂ ਕਰਦੇ, ਪਰਮੇਸ਼ਰ ਉਹਨਾਂ ਨੂੰ ਕਹਿੰਦਾ ਹੇ ਕਪਟੀਓ, ਹੇ ਕਪਟੀਓ। ਕਿੱਡੀ ਵੱਡੀ ਪਰਮੇਸ਼ਰ ਗੱਲ ਕਹਿ ਰਿਹਾ ਆ। ਸੁਣ ਲਓ, ਸੁਣ ਲਓ। ਜੇ ਤੁਹਾਡਾ ਮਾਤਾ ਪਿਤਾ ਤੁਹਾਨੂੰ ਪਰਮੇਸ਼ਰ ਨਾਲ ਜੋੜਦਾ ਆ, ਫੇਰ ਵੀ ਤੁਸੀਂ ਉਹਦੀ ਨਿੱਕੀ ਮੋਟੀ ਗਲਤੀ ਕਰਕੇ ਉਹਨੂੰ ਛੱਡ ਦਿੱਤਾ ਆ, ਤੇ ਤੁਸੀਂ ਪਰਮੇਸ਼ਰ ਕਹਿੰਦਾ ਵੀ ਕਪਟੀਆਂ। ਮਾਪਿਆਂ ਤੋਂ ਵੀ ਗਲਤੀਆਂ ਜ਼ਰੂਰ ਹੋ ਜਾਂਦੀਆਂ ਆ, ਬੱਚਿਆਂ ਤੋਂ ਵੀ ਹੋ ਜਾਂਦੀਆਂ ਆ। ਇੱਕ ਮਾਂ ਪੇ ਝੱਟ ਕਹਿੰਦਾ ਬੇਟਾ ਮੈਨੂੰ ਮਾਫ ਕਰ ਦੇ, ਉਹ ਬੱਚਾ ਮਾਫ ਹੀ ਨਾ ਕਰਨ ਤੇ ਆਵੇ, ਉਹ ਬੱਚਾ ਸਮਝੇ ਹੀ ਨਾ। ਉਹ ਬੇਟਾ ਮੇਰੇ ਕੋਲ ਆ ਕੇ ਘੜੀ ਬੈਠ, ਮੇਰੀ ਗਲਤੀ ਨੂੰ ਮਾਫ ਕਰ ਦੇ, ਤੂੰ ਇਸ ਵੇਲੇ ਇਦਾਂ ਬੋਲਿਆ ਸੀ, ਗਲਤ ਬੋਲਿਆ ਸੀ। ਬੱਚਾ ਬੋਲ ਹੋ ਗਿਆ, ਮਾਫੀ ਦੇ ਦੇ। ਪਰ ਬੱਚਾ ਸਮਝਦਾ ਹੀ ਨਹੀਂ, ਉਹ ਬਾਜਾਂ ਮਾਰਦਾ ਆ ਪਾਣੀ ਨੂੰ, ਤੇ ਪੋਤਾ ਕੋਲੋਂ ਦੀ ਲੰਘਦਾ ਤੇ ਕਹਿੰਦਾ ਮੈਂ ਨੌਕਰ ਨੂੰ ਭੇਜੂੰਗਾ, ਬੈਠਾ ਰਹਿ, ਬੋਲੀ ਨਾ ਜਾਈ, ਬੋਲੀ ਨਾ ਜਾ, ਦੇ ਦਿੰਨੇ ਪਾਣੀ ਤੈਨੂੰ, ਕਿਤੇ ਨਹੀਂ ਤੂੰ ਮਰ ਚੱਲਿਆ, ਹੈ ਨਾ। ਦੇਖੋ ਇਸ ਤਰ੍ਹਾਂ ਕਹਿੰਦੇ ਹੇ ਕਪਟੀਓ, ਯਸ਼ਾਇਆ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਕਿ ਇਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਹਨਾਂ ਦਾ ਦਿਲ ਮੈਥੋਂ ਦੂਰ ਹੈ। ਬੁੱਲਾਂ ਨਾਲ ਆਦਰ ਕਰਦੇ ਆ, ਬੁੱਲਾਂ ਦੇ ਨਾਲ ਹਾਲੇਲੂਇਆ ਹਾਲੇਲੂਇਆ, ਵਾਗਰੂ ਵਾਗਰੂ, ਬਗਲ ਦੇ ਵਿੱਚ ਛੁਰੀ ਆ, ਹਾਲੇਲੂਇਆ। ਉਹ ਲੋਕੋ ਸਮਝੋ, ਜੋ ਜ਼ੁਬਾਨ ਦੇ ਵਿੱਚ ਹੋਵੇ ਸੋ ਦਿਲ 'ਚ ਹੋਵੇ, ਸੋ ਦਿਮਾਗ ਦੇ ਵਿੱਚ ਹੋਵੇ। ਜੇ ਤੁਸੀਂ ਆਪਣੇ ਮਾਪਿਆਂ ਨੂੰ ਨਿੱਕੀ ਮੋਟੀ ਗੱਲ ਤੋਂ ਤਿਆਗਿਆ ਆ ਤੇ ਜਾਓ ਛੇਤੀ ਆਪਣੀ, ਪਹਿਲੋਂ ਪਰਮੇਸ਼ਰ ਨੇ ਕਿਹਾ ਆਪਣੀ ਭੇਟ 'ਚ ਗਵੇਦੀ ਉੱਤੇ ਰੱਖ ਕੇ ਚਲਿਆ ਜਾ ਆਪਣੇ ਭਰਾ ਦੇ ਕੋਲ, ਭਾਵ ਕਿ ਭਰਾ ਦੇ ਕੋਲ ਹੀ ਨਹੀਂ, ਜਿਹਦੇ ਨਾਲ ਵੀ ਤੈਨੂੰ ਨਫ਼ਰਤ ਹੈ ਉੱਥੇ ਜਾ, ਪਹਿਲੋਂ ਮਾਫੀ ਮੰਗ। ਜੇ ਉਹਦੀ ਕਸੂਰ ਆ ਤਾਂ ਵੀ ਤੂੰ ਜਾ ਕੇ ਕਹਿ ਲਾ ਭਰਾਵਾ, ਉਹ ਮੇਰੇ ਪਿਤਾ ਮੇਰੀ ਮਾਂ ਮੇਰੇ ਤੋਂ ਗਲਤੀ ਹੋ ਗਈ, ਮੈਂ ਤੇਰਾ ਬੱਚਾ ਆ, ਮੈਨੂੰ ਮਾਫ ਕਰ। ਤੇਰੇ ਤੋਂ ਵੀ ਮਾਂ ਪਿਓ ਤੋਂ ਮਾਫੀਆਂ ਤਾਂ ਮੰਗਾਓ ਨਾ, ਕਹਿ ਦੋ ਕੋਈ ਗੱਲ ਨਹੀਂ, ਮੇਰੇ ਸਮਝਣ ਵਿੱਚ ਗਲਤ ਹੋ ਗਿਆ। ਪਰ ਜਿਹੜੇ ਮਾਂ ਪਿਓ ਤੁਹਾਨੂੰ ਰੱਬ ਤੋਂ ਦੂਰ ਕਰਦੇ ਆ, ਜਿਵੇਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਬੜੀਆਂ ਨਿਊਜ਼ ਤੇ ਗੱਲਾਂ ਸੁਣਦੇ ਆ ਕਿ ਆਪਣੇ ਬੱਚੇ ਨੂੰ ਘਰ ਚੋਂ, ਆਪਣੀ ਧੀ ਨੂੰ ਘਰ ਚੋਂ ਕੁੱਟ ਕੇ ਕੱਢ ਦਿੱਤਾ। ਉਹਨਾਂ ਨੇ ਜੇ ਕਹਿੰਦੀ ਉਹ ਚਰਚ ਨੂੰ ਚਲ ਗਈ, ਉਹਨੇ ਯਿਸੂ ਮਸੀਹ ਨੂੰ ਕਿਉਂ ਮੰਨ ਲਿਆ? ਕਿੱਡਾ ਵੱਡਾ ਇਹ ਪਾਪ ਹੋ ਗਿਆ। ਜਿੰਦੇ ਪਰਮੇਸ਼ਰ ਨੂੰ ਮੰਨ ਲਿਆ, ਇਹ ਪਾਪ ਹੋ ਗਿਆ। ਉਹ ਜਿਹੜਾ ਆਗਿਆਕਾਰੀ ਵਿੱਚ ਆ ਗਿਆ ਸਾਰੇ ਪਰਮੇਸ਼ਰ ਦੀ ਵਿੱਚ, ਤੇ ਤੁਸੀਂ ਉਹਨੂੰ ਘਰੋਂ ਕੱਢ ਦਿੱਤਾ ਮਾਰ ਕੁੱਟ ਕੇ। ਉਹ ਲੁਕ ਛੁਪ ਕੇ ਰਹਿ ਰਿਹਾ ਹੋਵੇ ਉਹਦੀ ਗੱਲ ਵੱਖਰੀ ਆ, ਪਰ ਨੋਰਮਲ ਇਹ ਬਹੁ ਬਚਨ ਦੀ ਗਿਣਤੀ ਆ, ਬਹੁ ਬਚਨ। ਬਹੁਤ ਘੱਟ ਮਾਪੇ ਇਦਾਂ ਦੇ ਹੋਣਗੇ, ਮਾਪੇ ਬਹੁਤ ਘੱਟ ਹੋਣਗੇ, ਤੇ ਧੀਆਂ ਪੁੱਤ ਜ਼ਿਆਦਾ ਹੋਣਗੇ ਮਾਪਿਆਂ ਨੂੰ ਘਰੋਂ ਕੱਢਣ ਵਾਲੇ। ਧੀਆਂ ਪੁੱਤ ਜ਼ਿਆਦਾ ਹੋਣਗੇ, ਗਿਣਤੀ ਵਿੱਚ ਹੈਗੇ ਆ ਧੀਆਂ ਪੁੱਤ ਜਿਹੜੇ ਆ ਉਹ ਮਾਪਿਆਂ ਨੂੰ ਕੱਢ ਦਿੰਦੇ ਆ। ਜਦੋਂ ਭਾਗਾਂ ਵਾਲੀਆਂ ਉਹ ਨੂੰਹਾਂ ਆ ਜਿਹੜੀਆਂ ਉਹ ਅਸ਼ੀਰਵਾਦਾਂ ਲੈਂਦੀਆਂ ਆਪਣੀ ਮਦਰ ਲੋ ਦੇ ਕੋਲੋਂ, ਆਪਣੇ ਫਾਦਰ ਲੋ ਦੇ ਕੋਲੋਂ, ਕਿੰਨੀ ਅਸ਼ੀਰਵਾਦ ਜਿਹੜੀਆਂ ਉਹਨਾਂ ਨੂੰ ਆਪਣੇ ਫਾਦਰ ਲੋ ਤੇ ਮਦਰ ਲੋ ਨੂੰ ਮਾਂ ਪੇ ਬਣਾ ਕੇ ਉਹਨਾਂ ਦੀ ਸੇਵਾ ਕਰਦੀਆਂ, ਉਹ ਵੱਡੇ ਭਾਗਾਂ ਵਾਲੀਆਂ ਹੋਣਗੀਆਂ। ਬਹੁਤ ਹੀ ਵੱਡੇ ਭਾਗਾਂ ਵਾਲੀਆਂ ਆ ਉਹ, ਬੀਜਨਾਸ ਨਹੀਂ, ਬਹੁਤ ਹੀ ਵੱਡੇ ਭਾਗਾਂ ਵਾਲੇ ਆ ਉਹ ਪੁੱਤ ਧੀਆਂ ਜਿਹੜੇ ਆਪਣੇ ਮਾਂ ਪਿਓ ਨੂੰ ਦੀ ਰੋਟੀ ਦਾ ਪਹਿਲੋਂ ਫਿਕਰ ਕਰਦੇ ਆਪ ਖਾਣ ਦੇ ਨਾਲੋਂ। ਮਾਂ ਦੇ ਢਿੱਡ 'ਚ ਤਾਂ ਇਹੀ ਹੁੰਦਾ ਕਿ ਪਹਿਲੋਂ ਮੇਰਾ ਪੁੱਤ ਖਾਵੇ, ਮੇਰੀ ਧੀ ਖਾਵੇ। ਪਰ ਬੱਚਿਆਂ ਦੇ ਦਿਲ 'ਚ ਜਦੋਂ ਇਹ ਗੱਲ ਆਵੇ ਨਾ, ਉਹ ਬਹੁਤ ਹੀ ਵੱਡੇ ਭਾਗਾਂ ਵਾਲੇ ਆ। ਕਿਉਂਕਿ ਮਾਂ ਪੇ ਦੇ ਤੁਸੀਂ ਦੇਖਿਆ, ਆਪ ਮਾਂ ਪੇ, ਆਪ ਤਾਂ ਮਾਤਾ ਗਿੱਲੇ 'ਚ ਪੈਂਦੀ ਸੀ, ਤੈਨੂੰ ਸੁੱਕੇ 'ਚ ਪਾਉਂਦੀ ਸੀ। ਆਪ ਭੁੱਖੀ ਰਹੇ, ਭਾਵੇਂ ਰਾਤ ਜਾਗਦੀ ਰਹੇ, ਜੇ ਤੂੰ ਰੋਂਦਾ ਆ, ਜੇ ਤੂੰ ਨਹੀਂ ਖਾਂਦਾ, ਮਾਂ ਦੇ ਖਾਣਾ ਨਹੀਂ ਲੰਘਦਾ, ਪੇ ਦੇ ਖਾਣਾ ਨਹੀਂ ਲੰਘਦਾ। ਤੇ ਇਸ ਤਰ੍ਹਾਂ ਦੇ ਮਾਪਿਆਂ ਨੇ ਤੁਹਾਡੇ ਦੁੱਖ ਸਹੇ। ਤੁਸੀਂ ਛੋਟੀਆਂ ਮੋਟੀਆਂ ਮਾਪਿਆਂ ਦੀਆਂ ਗਲਤੀਆਂ ਨੂੰ ਤਿਆਗ ਕੇ ਮਾਂ ਪਿਓ ਦੀ ਅਰਦਾਸ ਕਰੋ, ਮਾਂ ਪਿਓ ਦੀ ਸੇਵਾ ਕਰੋ, ਮਾਂ ਪਿਓ ਦੀ ਇੱਜ਼ਤ ਕਰੋ, ਇੱਜ਼ਤ ਕਰੋ। ਹਾਲੇਲੂਇਆ। ਤਾਂ ਇਹ ਦੇਖੋ ਪਰਮੇਸ਼ਰ ਦੇ ਬਚਨ, ਅਸੀਂ ਇਹਨਾਂ ਦੇ ਉੱਤੇ ਚੱਲੀਏ, ਇਹਨਾਂ ਬਚਨਾਂ ਦੇ ਉੱਤੇ ਅਸੀਂ ਚੱਲੀਏ। ਤੇ ਫਿਰ ਦੇਖੋ ਪਰਮੇਸ਼ਰ ਹੋਰ ਅਫਸੀਆ 6 ਦੇ ਵਿੱਚ ਵਚਨ ਕਰਦੇ ਆ। ਪਰਮੇਸ਼ਰ ਅਫਸੀਆ 6 ਦੇ ਵਿੱਚ ਕਹਿੰਦੇ ਹੇ ਬਾਲਕੋ ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ, ਹੇ ਬਾਲਕੋ ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ। ਹੇ ਬਾਲਕੋ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ। ਮਾਪਿਆਂ ਨੇ ਬਹੁਤ ਦੁੱਖ ਸਹੇ ਆ ਤੁਹਾਡੇ ਲਈ। ਤੇਰੀ ਮਾਂ ਨੇ ਤੇ ਤੈਨੂੰ 9 ਮਹੀਨੇ
पेट विच रखिया आ, किन्ने दुख सहे उन्हें। तेरे पे ने तेरे लिए हर चीज़ अपने लहू पसीने की कमाई जोड़ जोड़ के तैनू वड्डा ते शाहूकार बनाया आ। ओए याद रख, तू तो एक एक पार्ट नहीं अदा कर सकता बच्चिया अपने माँ पे का, जिदा माँ पे ने तुहानू पालिया आ। नहीं भी कुछ दे सके दुनिया तौर पर, उन्होंने कोल नहीं सी ज़्यादा तो नहीं बना सके तुहाडे लई, तां भी जिहड़ा तुहानू पालिया, जन्म दिता, पेट च रखिया, जवान किया, तुसी की उहदा अदा कर सकते हैं। तुहानू गोद च खड़ाया, तुहाडी हर वेले रक्षा दा ओ पात्र बनिया। ते परमेश्वर कहता, हे बालको तुसी प्रभु विच अपने मापियां दे आग्याकार रहो, क्यों जो ये काम ਇਹ ਧਰਮ ਦੀ ਗੱਲ ਹੈ। ਤੂੰ ਆਪਣੇ ਮਾਂ ਪਿਓ ਦਾ ਆਦਰ ਕਰ, ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ। ਇਹ ਵਾਅਦੇ ਨਾਲ ਪਹਿਲਾ ਹੁਕਮ, ਇਹ ਵਾਅਦੇ ਨਾਲ ਪਹਿਲਾ ਹੁਕਮ ਹੈ। ਪਹਿਲਾ ਹੁਕਮ ਵਾਅਦੇ ਨਾਲ ਪਹਿਲਾ ਹੁਕਮ। ਦੇਖੋ, ਮਾਂ ਪਿਓ ਦੀ ਸੇਵਾ, ਮਾਂ ਪਿਓ ਦੀ ਆਗਿਆਕਾਰੀ, ਮਾਂ ਪਿਓ ਦੀ ਇੱਜ਼ਤ ਕਰਨਾ, ਲੰਮੀ ਉਮਰ ਹੋਵੇ, ਤਾਂ ਇਹ ਵਾਅਦੇ ਨਾਲ ਪਹਿਲਾ ਹੁਕਮ ਹੈ। ਹੁਣ ਪਿਤਾ ਨੂੰ ਵੀ ਉਹ ਕਹਿੰਦੇ ਆ, ਪਿਤਾ ਨੂੰ ਵੀ ਕਹਿੰਦੇ ਆ, ਮਾਤਾ ਨੂੰ ਵੀ ਕਹਿੰਦੇ ਆ ਕਿ ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ, ਸਗੋਂ ਉਹਨਾਂ ਦੀ ਸਿੱਖਿਆ ਅਰ ਮਤ ਦੇ ਕੇ, ਸਗੋਂ ਉਹਨਾਂ ਨੂੰ ਸਿੱਖਿਆ ਅਰ ਮਤ ਦੇ ਕੇ ਉਹਨਾਂ ਦੀ ਪਾਲਣਾ ਕਰੋ। ਮਤ ਦੇ ਕੇ, ਸਿੱਖਿਆ ਦੇ ਕੇ ਤੁਸੀਂ ਵੀ ਉਹਨਾਂ ਨੂੰ ਐਵੇਂ ਹੀ ਬੋਲ ਕਬੋਲ। ਕਈ ਮਾਪੇ ਅੱਜ ਕੱਲ੍ਹ ਇੱਦਾਂ ਦੇ ਵੀ ਜ਼ਰੂਰ ਆ, ਇਹ ਗੱਲ ਨਹੀਂ ਕਿ ਮਾਪੇ ਬਹੁਤ ਦੁਨੀਆ 'ਤੇ ਨੇਕ ਆ, ਪਰ ਇਹਦਾ ਮਤਲਬ ਨੇਕ ਵਾਲੀ ਤੇ ਨਾ ਨੇਕ ਵਾਲੀ ਇੱਥੇ ਗੱਲ ਨਹੀਂ ਹੈਗੀ। ਇੱਥੇ ਸਾਰੀ ਗੱਲ ਹੈਗੀ ਆ ਕਿ ਮਾਂ ਪਿਓ ਨੇ ਤੁਹਾਡੇ ਲਈ ਦੁੱਖ ਕਿੰਨੇ ਸਹੇ ਆ, ਗੱਲ ਇੰਨੀ ਆ। ਦੂਸਰੀ ਚੀਜ਼ ਆ, ਹੇ ਪਿਤਾਓ ਤੇ ਮਾਤਾ ਤੇ ਪਿਤਾ ਆਪਣੇ ਬੱਚਿਆਂ ਨੂੰ ਬਿਨ ਸੋਚੇ ਬਿਨ ਗੱਲੇ, ਭਾਵੇਂ ਸੋਚੋ ਵੀ ਨਾ ਵੀ ਸੋਚੋ, ਸਰਾਫ ਨਾ ਦੇਵੋ। ਕਿਉਂਕਿ ਜੀਵ ਤੋਂ ਕਈ ਵਾਰੀ ਅਸੀਂ ਬੱਚੇ ਆਪਣਿਆਂ ਨੂੰ ਮੁਕਤ ਮੁੱਲੇ ਸਰਾਫ ਹੀ ਦੇਈ ਜਾਂਦੇ ਰਹਿੰਦੇ ਹਾਂ। ਆਪਣੀ ਜੀਵ 'ਚੋਂ ਗਲਤ ਗੱਲਾਂ ਬੱਚਿਆਂ ਦੇ ਉੱਤੇ ਅਸੀਂ ਕੱਢਦੇ ਹਾਂ, ਤੇ ਉਹ ਫਿਰ ਸਾਡੇ ਸਰਾਪ ਬਣਦੇ ਆ। ਉਹ ਬੱਚਿਆਂ ਨੂੰ ਬਹੁਤ ਛੇਤੀ ਲੱਗਦੇ ਆ। ਜੇ ਤੁਸੀਂ ਬੱਚਿਆਂ ਨੂੰ ਅਸ਼ੀਰਵਾਦ ਦੇਵੋਗੇ ਤੇ ਤੁਹਾਡੇ ਬੱਚੇ ਅਸ਼ੀਰਵਾਦ ਨਾਲ ਭਰ ਜਾਣਗੇ। ਹਰ ਵੇਲੇ ਆਪਣੀ ਜ਼ੁਬਾਨ ਨੂੰ ਰੋਕੋ ਇਹਨੂੰ ਕਿ ਇਹਨੇ ਗਲਤ ਨਹੀਂ ਬੋਲਣਾ। ਬੱਚੇ ਨੇ ਗਲਤ ਵੀ ਕੀਤਾ ਤਾਂ ਵੀ ਬੱਚੇ ਨੂੰ ਪਿਆਰ ਨਾਲ ਸਮਝਾਉਣਾ ਆ। ਇਸ ਕਰਕੇ ਬੱਚੇ ਨੂੰ ਅਸ਼ੀਰਵਾਦ ਦੇ ਕੇ ਸਮਝਾਉਣਾ ਆ। ਇਸ ਤਰ੍ਹਾਂ ਸਮਝਾਓ, ਆਪਣੇ ਬੱਚਿਆਂ ਦਾ ਕ੍ਰੋਧ ਨਾ ਭੜਕਾਓ। ਇਸ ਕਰਕੇ ਬੱਚਿਆਂ ਤੇ ਸਰਾਫ ਨਾ ਦੇਵੋ, ਕਿਉਂਕਿ ਸਾਡੀ ਜ਼ੁਬਾਨ ਪਰਮੇਸ਼ਰ ਨੇ ਕਿਹਾ ਇਹ ਨਰਕਾਂ ਨੂੰ ਲਿਜਾਂਦੀ, ਇਹ ਸਵਰਗਾਂ ਨੂੰ ਲਿਜਾਂਦੀ ਆ। ਆਪਣੇ ਜੀਭ ਦੇ ਨਾਲ ਆਪਣੇ ਬੱਚਿਆਂ ਤੇ ਹਰ ਇੱਕ ਦੇ ਉੱਤੇ ਮਿੱਠਾ ਬੋਲੋ, ਹਰ ਇੱਕ ਨੂੰ ਅਸ਼ੀਰਵਾਦ ਦੇਵੋ। ਬੱਚਿਆਂ ਨੂੰ ਤਾਂ ਦੇਣੀ ਹਰ ਇੱਕ ਨੂੰ ਦੇਵੋ, ਤਾਂ ਕਿ ਤੁਹਾਡਾ ਪਰਮੇਸ਼ਰ ਤੁਹਾਡੇ ਵਿੱਚ ਤੇ ਰੀਝ ਜਾਵੇ। ਆਪਣਾ ਮਨ ਇੱਦਾਂ ਦਾ ਬਣਾ ਲਓ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਬੁਰਾ ਬੋਲਣਾ ਕਿਸੇ ਲਈ ਕੀ ਹੁੰਦਾ ਆ। ਭੁੱਲ ਜਾਓ ਨਫ਼ਰਤ, ਭੁੱਲ ਜਾਓ ਹੰਕਾਰ, ਭੁੱਲ ਜਾਓ ਜੈਲਸ, ਭੁੱਲ ਜਾਓ ਕਰਨੀ, ਛੱਡ ਦੇਵੋ, ਤਾਂ ਕਿ ਪਰਮੇਸ਼ਰ ਤੁਹਾਡੇ ਤੇ ਰੀਝ ਜਾਵੇ। ਤੋ ਜਿਹੜੇ ਵੀ ਬੱਚਿਆਂ ਨੇ ਇਹ ਗੀਤ ਸੁਣਨਗੇ, ਜਿਹੜੇ ਪ੍ਰੇਮੀ ਜਨ ਇਹ ਗੀਤ ਸੁਣਨਗੇ, ਇਹ ਪਰਮੇਸ਼ਰ ਦੇ ਬਚਨ ਜਿਹੜੇ ਬੋਲੇ ਗਏ ਆ, ਇਹ ਬਚਨਾਂ ਦਾ ਹੀ ਅਰਥ ਜਿਹੜੇ ਆ ਜੂਸ ਨਿਕਲਿਆ ਹੋਇਆ ਅੱਜ ਤੋਂ 50 ਸਾਲ ਪੁਰਾਣਾ। ਇਹ ਪਿਤਾ ਤੂੰ ਧੰਨਿਆ, ਮੈਂ ਨਹੀਂ ਤੈਨੂੰ ਜਾਣਿਆ, ਮੈਂ ਨਹੀਂ ਤੈਨੂੰ ਦੇਖਿਆ, ਮੈਂ ਨਹੀਂ ਤੈਨੂੰ ਲੱਭਿਆ, ਤੂੰ ਮੈਨੂੰ ਲੱਭ ਲਿਆ ਉਮਰ ਬੁਢੇਪੇ ਵਿੱਚ ਲੱਭ ਲਿਆਣ ਕੇ। ਹੁਣ 5 ਸਾਲ 5.5 ਸਾਲ ਹੋਏ ਹਾਂ, ਜਦੋਂ ਯਕੀਨ ਆਇਆ ਕਿ ਉਹ ਸਾਡਾ ਪਿਛੋਕੜ ਜਿਹੜਾ ਭੁੱਲ ਗਏ। ਹਵਾ ਸਾਡੀ ਮਾਤਾ ਤੇ ਆਦਮ ਸਾਡਾ ਪਿਤਾ, ਉਹ ਸਾਡਾ ਪਿਛੋਕੜ ਸੀ, ਤੇ ਸਾਡੀ ਹੋਂਦ ਕਿੱਥੋਂ ਤੁਰੀ ਆਉਂਦੀ ਆ। ਤੇ ਅਸੀਂ ਇਹ ਸੰਸਾਰ ਤੇ ਰਹਿਣ ਵਾਲੇ ਕੋਈ ਵੀ ਨਹੀਂ ਹੈਗੇ, ਚਲੇ ਜਾਣਾ ਆ। ਇਹ ਇੱਕ ਸੰਸਾਰ ਸਕੂਲ ਆ ਸਾਡੇ ਪਰਮੇਸ਼ਰ ਨੇ ਸਾਡੇ ਲਈ ਬਣਾਇਆ। ਕਿਹੜੇ ਬਾਜੀ ਜਿੱਤਦੇ ਤੇ ਕਿਹੜੇ ਬਾਜੀ ਹਾਰਦੇ ਆ, ਉਹਨੇ ਬਾਜੀ ਸਾਡੇ ਲਈ ਪਾ ਕੇ ਸਾਨੂੰ ਖੇਡਣ ਲਾ ਕੇ ਆਪ ਉਹ ਦੇਖਦਾ ਆ, ਆਨੰਦ ਹੁੰਦਾ ਆ। ਜਿੱਦਾਂ ਤੁਸੀਂ ਆਪਾਂ ਲੋਕ ਦੇਖਦੇ ਹਾਂ ਟੀਵੀ, ਘੁਲਦਿਆਂ ਨੂੰ ਦੇਖਦੇ ਹਾਂ, ਕਿਹੜਾ ਢਹਿ ਗਿਆ, ਕਿਹੜਾ ਜਿੱਤ ਗਿਆ, ਕਿਹਨੇ ਨਾਮ ਲੈ ਲਿਆ, ਕਿਹਨੇ ਉਹ। ਪਰ ਪਰਮੇਸ਼ਰ ਮਿਹਰ ਕਰੇ ਜਿੰਨੇ ਜੀਵ ਇਹਨੂੰ ਸੁਣਨ ਇਸ ਗੀਤ ਨੂੰ। ਹੁਣ ਆਪਾਂ ਇਸ ਤੋਂ ਬਾਅਦ ਇੱਕ ਹੋਰ ਗੀਤ ਗਾਵਾਂਗੇ। ਪਿਛਲੇ 4 ਗੀਤ ਆ ਮੇਰੇ ਕੋਲ, ਇੱਕ ਤਾਂ ਇਸੇ ਤਰ੍ਹਾਂ ਹੀ ਇਹ ਉਹਨੂੰ ਤੁਸੀਂ ਸਰਵਣ ਕਰਨਾ, ਤੇ ਆ ਹੁਣ ਕਾਫੀ ਲੰਬਾ ਹੋ ਗਿਆ, ਇਸ ਕਰਕੇ ਆਪਾਂ ਇੱਥੇ ਗੱਲ ਸਟਾਪ ਕਰਦੇ ਹਾਂ। ਪਰਮੇਸ਼ਰ ਕਰੇ ਇਹ ਗੀਤ ਹਰ ਇੱਕ ਦੇ ਮਨ 'ਚ ਇਹ ਗੱਲਾਂ ਪ੍ਰਭੂ ਦੀਆਂ ਵਸ ਜਾਣ। ਜਿਹੜੇ ਪ੍ਰਭੂ ਦੇ ਬਚਨ ਬੋਲੇ ਗਏ ਆ ਉਹ ਤੁਹਾਡੇ ਅੰਦਰ ਘਰ ਕਰਨ, ਉਹ ਤੁਹਾਨੂੰ ਬਚਨ ਪ੍ਰਭੂ ਦੇ ਛਿੱਧ ਜਾਣ।
ਜਿਹੜੇ ਪ੍ਰਭੂ ਦੇ ਬਚਨ ਵਿੱਚੋਂ ਬੋਲੇ ਗਏ ਆ, ਮੱਤੀ 'ਚੋਂ ਬੋਲੇ ਗਏ, ਕਲੀਸੀਏ ਅਫਸੀਆ 6 ਦੇ ਵਿੱਚੋਂ ਬੋਲੇ ਗਏ ਆ, ਮੱਤੀ 15 ਦੇ ਵਿੱਚੋਂ ਬੋਲੇ ਗਏ ਆ। ਇਹ ਅਣਿਆਲੇ ਤੀਰ ਆ, ਇਹ ਬਚਨ ਆ ਪਰਮੇਸ਼ਰ ਦੇ, ਇਹ ਤੁਹਾਡੇ ਹਿਰਦਿਆਂ ਨੂੰ ਚੁੱਭ ਜਾਣ, ਤੁਸੀਂ ਭੱਜੇ ਜਾਓ ਆਪਣੇ ਆਪ ਨੂੰ ਆਪਣਾ ਚੱਕ ਕੇ ਬਟੂਆ ਮਾਂ ਪਿਓ ਵੱਲ ਨੂੰ ਦੌੜੇ ਜਾਓ ਕਿ ਉਹਨਾਂ ਨੂੰ ਕਿਹੜੀ ਜ਼ਰੂਰਤ ਆ, ਕਿਹੜੀ ਜ਼ਰੂਰਤ ਆ, ਕਿਹੜੀ ਜ਼ਰੂਰਤ ਆ। ਤੁਹਾਡਾ ਟਾਈਮ ਤੁਹਾਡੇ ਸੁੱਖ ਦੇ ਦਿਨ ਆਉਣ, ਵੱਡੇ ਨਾ ਬਣੋ ਮਾਂ ਪਿਓ ਦੇ ਅੱਗੇ। ਕੱਲ ਵੀ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਤੇ ਅਸੀਂ ਕੋਈ ਵੱਡੇ ਨਹੀਂ ਬਣ ਸਕਦੇ, ਮਾਂ ਪਿਓ ਦੀ ਦੇਣ ਅਸੀਂ ਨਹੀਂ ਦੇ ਸਕਦੇ। ਅਸੀਂ ਇਹਨਾਂ ਗੱਲਾਂ ਨੂੰ ਆਪਣੇ ਮਨ ਤੇ ਵਸਾਈਏ ਤੇ ਅਸੀਂ ਅੱਜੇ ਹੀ ਸੁਣ ਕੇ ਪਛਤਾਪ ਕਰੀਏ। ਜੇ ਮਾਂ ਪਿਓ ਦੁਨੀਆ ਤੇ ਨਹੀਂ ਰਹੇ, ਕੋਈ ਚਾਚਾ ਤਾਇਆ, ਵੱਡਾ ਵਡੇਰਾ, ਕੋਈ ਰੱਬ ਦਾ ਪਿਆਰਾ ਜਿਹਨੂੰ ਤੁਸੀਂ ਬਜ਼ੁਰਗ ਸਮਝੋ, ਉਹਦੀ ਸੇਵਾ ਮਾਂ ਪਿਓ ਦੀ ਉਹਨਾਂ ਦੀ ਕਰਨ ਲੱਗ ਜਾਓ। ਬਜ਼ੁਰਗਾਂ ਦੀ ਯਤੀਮਾਂ ਦੀ ਜਿਹੜੀ ਪਰਮੇਸ਼ਰ ਦਾ ਹੁਕਮ ਆ। ਤੇ ਆਪਣੇ ਘਰ ਵਿੱਚ ਪਹਿਲੋਂ ਆਪਣੇ ਆਪਣਿਆਂ ਵੱਡਿਆਂ ਦੀ ਤੇ ਫਿਰ ਦੂਜਿਆਂ ਦੀ। ਆਮੀਨ ਆਮੀਨ। ਪਰਮੇਸ਼ਰ ਮਿਹਰ ਕਰੇ, ਦਇਆ ਕਰੇ ਸਭ ਦੇ ਉੱਤੇ ਪਰਮੇਸ਼ਰ ਇਹ ਆਸ਼ੀਰਵਾਦ ਦੀ ਤਰ੍ਹਾਂ ਇਹ ਜਿਹੜੀਆਂ ਵੀ ਮੇਰੇ ਪਰਮੇਸ਼ਰ ਹਰ ਇੱਕ ਦੇ ਦਿਲ ਨੂੰ ਇਹ ਗੱਲਾਂ ਛੂਹ ਜਾਣ, ਤੇਰੇ ਬਚਨ ਛੂਹ ਜਾਣ ਤੇ ਆਸ਼ੀਰਵਾਦ ਸਭ ਨੂੰ ਮਿਲ ਜਾਵੇ। ਸਭ ਦੇ ਘਰ ਦੇ ਵਿੱਚ ਸ਼ਾਂਤੀ ਇਹ ਬਚਨ ਸੁਣ ਕੇ ਆਵੇ, ਸਭ ਦੇ ਘਰ ਵਿੱਚ ਖੇੜਾ ਖਿੜ ਜਾਵੇ, ਦਿਲਾਂ ਵਿੱਚ, ਘਰਾਂ ਵਿੱਚ, ਤੇ ਆਪਣੇ ਮਾਂ ਪਿਓ ਦੀ ਇੱਜ਼ਤ ਕਰਨ ਤੇ ਬੱਚੇ ਮਾਂ ਪਿਓ ਦੀ ਕਰਨ ਤੇ ਮਾਂ ਪਿਓ ਬੱਚਿਆਂ ਦੀ ਕਰਨ। ਤੇ ਹਾਲੇਲੂਇਆ। ਧੰਨ ਉਹ ਨੂੰਹਾਂ ਭਾਗਾਂ ਵਾਲੀਆਂ ਆ, ਬੀਜ ਨਾਸ ਨਹੀਂ। ਧੰਨ ਉਹ ਪੁੱਤ ਭਾਗਾਂ ਵਾਲੇ ਆ ਜਿਹੜੇ ਆਪਣੇ ਮਾਂ ਪਿਓ ਦੀ ਸੇਵਾ ਕਰਦੇ ਆ ਤੇ ਬਹੁ ਗਿਣਤੀ ਵਿੱਚ ਜਿਹੜੇ ਆ ਆਪਣੇ ਮਾਂ ਪਿਓ ਨੂੰ ਧੱਕੇ ਦੇ ਬਾਹਰ ਕੱਢ ਦਿੰਦੇ ਆ। ਇਹਨਾਂ ਗੱਲਾਂ ਨੂੰ ਤੁਸੀਂ ਹੁਣ ਆਪ ਆਵਾਜ਼ ਕਰਨਾ ਵੀ ਅਸੀਂ ਕਿੱਦਾਂ ਦੇ ਆ। ਆਮੀਨ। ਮੇਰਾ ਪਰਮੇਸ਼ਰ ਮਿਹਰ ਕਰੇ, ਦਇਆ ਕਰੇ। ਹਾਲੇਲੂਇਆ। ਆਮੀਨ ਆਮੀਨ।